जो दोबारे फीसां भरी गई सारियां फिर घट गई फोन करना, फिर हट गई। लवप्रीत ने सानूं दस्सिया नहीं ये गल। ਸਾਨੂੰ ਤਾਂ जी बाद जो तीजे दिन फोन खोले लॉक लूक फिर चैटां का पता लग्या जी। पहला तो जमी कोई पता नहीं, मेरे नाल बह के रोटी खा गया उत्थे। ਸਾਨੂੰ ਤਾਂ तड़के पता लग्या जी, जो उन्होंने दस्सिया साडा मुंडा ढिल्ला ढुल्ला उल्टियां करियां पियां जी। जाके देखिया मर खत्म हो गई। सारे पैसे जी असीं टोटल 24-25 ਲੱਖ रुपया साडा लग गया सारा, विआहां ते विच फीसां ते। ਇਹ ਤਾਂ ਕਹਿੰਦੇ ਡਿਪੋਰਟ ਹੋਵੇ ਜੀ, ਸਜ਼ਾ ਮਿਲਣੀ ਚਾਹੀਦੀ। ਗੱਲਬਾਤ ਸਾਨੂੰ ਤਾਂ ਕਹਿੰਦਾ ਰਹਿੰਦਾ ਸੀ ਵੀ ਹੁੰਦੀ ਹੈ, ਬਟ ਚੈਟ ਤੋਂ ਹੁਣ ਪਤਾ ਲੱਗ ਰਿਹਾ ਵੀ ਹੌਲੀ ਹੌਲੀ ਜਿੱਦਾਂ ਫੀਸਾਂ ਭਰੀ ਗਈਆਂ ਗੱਲ ਘਟਦੀ ਗਈ। ਫੋਨ ਮੈਂ ਕੀਤੇ ਨੇ, ਫਿਰ ਉਹਨੇ ਬੈਕ ਕਾਲ ਕੀਤੀ ਆ, ਕਾਫੀ ਘੰਟਿਆਂ ਬਾਅਦ ਚੋਂ ਗੱਲ ਹੋਈ ਆ। ਬਸ ਉਹਨੂੰ ਮੈਂ ਪੁੱਛਿਆ ਵੀ ਅਸੀਂ ਥੋੜੀ ਚੈਟ ਪੜ੍ਹੀ ਹੈ ਤੇ ਥੋੜੀ ਲੜਾਈ ਹੋਈ ਆ। ਉਹਨੇ ਫਿਰ ਅੱਗੋਂ ਜਵਾਬ ਦਿੱਤਾ ਸਾਡੀ ਚੈਟ 'ਚ ਲੜਾਈ ਹੁੰਦੀ ਸੀ, ਸਾਡੀ ਫੋਨ ਤੇ ਕੋਈ ਲੜਾਈ ਨਹੀਂ ਸੀ ਹੁੰਦੀ। ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਹਾਂ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਅਸੀਂ ਡਿਪੋਰਟ ਚਾਹੁੰਦੇ ਹਾਂ, ਡਿਪੋਰਟ ਹੋਵੇ ਤੇ ਮੇਰੇ ਡੈਡੀ ਦਾ ਜਿਹੜਾ ਕਰਜ਼ਾ ਚੜਿਆ ਹੋਇਆ ਉਹ ਉਤਾਰਿਆ ਜਾਵੇ ਉਹਨਾਂ ਦੇ ਘਰਦਿਆਂ ਵੱਲੋਂ। ਅਸੀਂ ਤਾਂ ਪਛਤਾ ਰਹੇ ਹਾਂ ਉਸ ਦਿਨ ਨੂੰ ਜਿਸ ਦਿਨ ਅਸੀਂ ਉਹ ਕੁੜੀ ਦਾ ਰਿਸ਼ਤਾ ਲਿਆ, ਉਸ ਦਿਨ ਨੂੰ ਕੋਸ ਰਹੇ ਹਾਂ। बरनाला के धनोला कस्बे के युवक लवप्रीत सिंह की मौत सोशल मीडिया पर काफी दिनों से चर्चा का विषय बनी हुई है, जिसमें लवप्रीत सिंह ने लाखों रुपए खर्च किए और अपनी पत्नी बेअंत कौर को आईलेट्स करवाकर कनाडा भेजा और बाद में बेअंत कौर ने उसे धोखा दे दिया। लवप्रीत के परिवार का कहना है कि जब लड़के को कनाडा आमंत्रित करने की बात आई तो उसने फोन उठाना ही बंद कर दिया। सुनिए क्या कहना है प्रेमी के परिवार का। पहले तो मंगया जी 1 साल तो मंग के ਤੋਰਤੀ ਦੀ ਕੁੜੀ, ਪੈਸੇ ਭਰਤੇ ਸੀ ਸਾਰੀ ਮੈਂ ਭਰੀ ਸੀ। ਉਦੋਂ ਬਾਅਦ ਸਾਲ ਬਾਅਦ ਕੁੜੀ ਆ ਗਈ ਸੀ, ਫਿਰ ਵਿਆਹ ਕਰਿਆ ਜੀ। ਉਹ ਤਾਂ ਠੀਕ ਸੀ, ਬਹੁਤ ਵਧੀਆ ਨਰਮ ਲੱਗਦੀ ਸੀ, ਬਹੁਤ ਵਧੀਆ ਬੋਲਦੀ ਚੱਲਦੀ ਸੀ, ਪਹਿਲਾਂ ਤਾਂ ਕਰਦੀ ਸੀ। ਜਦੋਂ ਦੁਬਾਰੇ ਫੀਸਾਂ ਭਰੀ ਗਈਆਂ ਸਾਰੀਆਂ ਫਿਰ ਘਟ ਗਈ ਫੋਨ ਕਰਨਾ, ਫਿਰ ਹਟ ਗਈ। ਲਵਪ੍ਰੀਤ ਨੇ ਸਾਨੂੰ ਦੱਸਿਆ ਨਹੀਂ ਇਹ ਗੱਲ। ਸਾਨੂੰ ਤਾਂ ਜੀ ਬਾਅਦ ਜਦੋਂ ਤੀਜੇ ਦਿਨ ਫੋਨ ਖੋਲੇ ਲੌਕ ਲੂਕ ਫਿਰ ਚੈਟਾਂ ਦਾ ਪਤਾ ਲੱਗਿਆ ਜੀ। ਪਹਿਲਾਂ ਤਾਂ ਜਮੀ ਕੋਈ ਪਤਾ ਨਹੀਂ, ਮੇਰੇ ਨਾਲ ਬਹਿ ਕੇ ਰੋਟੀ ਖਾ ਗਿਆ ਉੱਥੇ। ਬਾਹਲਾ ਵਧੀਆ ਸਵਾਦ ਨਰਮ, ਬਾਹਲਾ ਵਧੀਆ, ਜਮੀ ਨਹੀਂ ਕਦੇ ਨਹੀਂ ਲੜਿਆ ਬੋਲੇ ਜੀ। ਸਾਰੇ ਨਾਲ ਮਿਲ ਜੁਲ ਕੇ ਰਹਿੰਦਾ ਜੀ ਪਰਿਵਾਰ ਪੂਰਾ ਵਧੀਆ ਜੀ, ਪੂਰਾ ਵਧੀਆ, ਬਹੁਤ ਵਧੀਆ। ਉਹਦਾ ਸਾਰੇ ਪਿੰਡ 'ਚ ਪਤਾ ਰਿਲੇਸ਼ਨ ਬਹੁਤ ਸੋਹਣਾ, ਨਰਮ ਬਾਹਲਾ ਵੀ ਜੀ। ਸਾਨੂੰ ਤਾਂ ਤੜਕੇ ਪਤਾ ਲੱਗਿਆ ਜੀ, ਜਦੋਂ ਉਹਨਾਂ ਨੇ ਦੱਸਿਆ ਸਾਡਾ ਮੁੰਡਾ ਢਿੱਲਾ ਢੁੱਲਾ ਉਲਟੀਆਂ ਕਰੀਆਂ ਪਿਆ ਜੀ। ਜਾ ਕੇ ਦੇਖਿਆ ਮਰ ਖਤਮ ਹੋ ਗਈ ਜੀ। ਨਾ ਜੀ ਨਾ, ਸਾਡੇ ਨਾਲ ਜੀ ਕੱਦੂ ਸਾਰਾ ਉਹਨੇ ਕਰਿਆ, ਟਰੈਕਟਰ ਖੜਾ ਜੀ ਉਹੀ ਟਰੈਕਟਰ ਚਲਾਉਂਦੀ, ਸਾਰਾ ਰੇਹ ਉਹਨੇ ਥੱਲੇ ਅਸੀਂ ਪਾਉਂਦੇ ਰੇਹ ਯੂਰੀਆ ਸਾਰਾ ਉਹਨੇ ਪਾਇਆ। ਸਾਰੇ ਪੈਸੇ ਜੀ ਅਸੀਂ ਟੋਟਲ 24-25 ਲੱਖ ਰੁਪਇਆ ਸਾਡਾ ਲੱਗ ਗਿਆ ਸਾਰਾ, ਵਿਆਹਾਂ ਦੇ ਵਿੱਚ ਫੀਸਾਂ ਤੇ। 13 ਲੱਖ ਅਸੀਂ ਤਾਂ ਪਹਿਲਾਂ ਹੀ ਭਰੀ ਸੀ, ਬਾਕੀ 5 ਲੱਖ ਬਾਅਦ 'ਚ ਭੇਜੀ ਹੈ ਜਦੋਂ ਦੁਬਾਰੇ। ਨਾ ਜੀ ਮੇਰੀ ਗੁੱਡੀ ਨੂੰ ਮਾੜਾ ਮੋਟਾ ਇੱਕ ਦਿਨ ਗੱਲ ਵੀ ਕਰੀ ਜਾਣੇ, ਥੋੜ੍ਹੀ ਕਣੀ ਹੋ ਗਈ, ਉਹ ਰਿਕਾਰਡਿੰਗ ਹੈਗੀ ਹੈ। ਅਸੀਂ ਤਾਂ ਕਹਿੰਦੇ ਡਿਪੋਰਟ ਹੋਵੇ ਜੀ, ਉਹਨੂੰ ਸਜ਼ਾ ਮਿਲਣੀ ਚਾਹੀਦੀ। ਮੇਰਾ ਭਰਾ ਲੱਗਦਾ ਸੀ, ਸਾਡੇ ਦੋਨਾਂ ਭੈਣਾਂ ਤੋਂ ਛੋਟਾ ਸੀ। ਉਹਦਾ ਬਹੁਤ ਸ਼ੌਂਕ ਸੀ ਵੀ ਮੈਂ ਬਾਹਰ ਜਾਵਾਂ ਤੇ ਆਪਦਾ ਘਰ ਦਾ ਸਾਰਾ ਸੈੱਟ ਕਰਾਂ, ਕਰਜ਼ਾ ਉਤਾਰਾਂ। ਉਹਨੂੰ ਸ਼ੌਂਕ ਸੀ ਪਹਿਲਾਂ ਤੋਂ ਹੀ, +2 ਕਰਨ ਦੇ ਪਿੱਛੋਂ ਉਹਨੂੰ ਸ਼ੌਂਕ ਸੀ ਵੀ ਮੈਂ ਬਾਹਰ ਜਾਵਾਂ। ਹਾਂਜੀ ਮੈਂ IELTS ਕੀਤੀ ਸੀ, ਮੇਰੇ 6 ਸਕੋਰ ਆਏ ਸੀ, ਬਟ ਇੱਧਰੋਂ ਲਾਡੀ ਨੂੰ ਰਿਸ਼ਤਾ ਆ ਗਿਆ ਬੇਅੰਤ ਕੌਰ ਬਾਜਵਾ ਦਾ, ਤੇ ਇਸ ਕਰਕੇ ਫਿਰ ਮੈਂ ਡੈਡੀ ਨੂੰ ਕਹਿਤਾ ਵੀ ਲਾਡੀ ਦੀ ਫੀਸ ਭਰ ਦਿਓ, ਚਲੋ ਮੇਰੀ ਤਾਂ ਦੇਖੀ ਜਾਊ। ਗੱਲਬਾਤ ਸਾਨੂੰ ਤਾਂ ਕਹਿੰਦਾ ਰਹਿੰਦਾ ਸੀ ਵੀ ਹੁੰਦੀ ਹੈ, ਬਟ ਚੈਟ ਤੋਂ ਹੁਣ ਪਤਾ ਲੱਗ ਰਿਹਾ ਵੀ ਹੌਲੀ ਹੌਲੀ ਜਿੱਦਾਂ ਫੀਸਾਂ ਭਰੀ ਗਈਆਂ ਗੱਲ ਘਟਦੀ ਗਈ। ਨਹੀਂ ਐਡਾ ਕੁਛ ਖਾਸ ਨਹੀਂ ਐਵੇਂ ਕਹਿੰਦਾ ਸੀ ਵੀ ਥੋੜਾ ਗੱਲ ਘੱਟ ਕਰਦੀ ਆ, ਵੀ ਕਹਿ ਦਿੰਦੀ ਆ ਮੈਂ ਬਿਜੀ ਆ, ਮੈਨੂੰ ਟਾਈਮ ਨਹੀਂ ਲੱਗਦਾ, ਤੇ ਵੀ ਸਾਨੂੰ ਏਦਾਂ ਸੀ ਵੀ ਕੋਈ ਫਾਈਲ 'ਚ ਪ੍ਰੋਬਲਮ ਆਊ, ਇਹਦੇ ਕਰਕੇ ਅਸੀਂ ਇਹਦੇ ਘਰੇ ਵੀ ਗੱਲ ਪਹੁੰਚਾਈ ਤੇ ਉਹਦੇ ਘਰਦਿਆਂ ਨੇ ਅੱਗੇ ਪਤਾ ਨਹੀਂ ਕੀ ਗੱਲਬਾਤ ਕੀਤੀ ਆ ਜਾਂ ਨਹੀਂ। ਥੋੜੀ ਕਰਦੀ ਸੀ, ਜਾਨੀ ਦੀ ਕਰਦੀ ਸੀ, ਟਾਈਮ ਪਿੱਛੋਂ ਕਰਦੀ ਸੀ, ਬਸ ਹਾਂ ਹੂੰ ਠੀਕ ਆ ਠਾਕ ਆ ਏਦਾਂ। ਬਸ ਮੇਰਾ ਨਾਮ ਹੈ ਬੇਅੰਤ ਕੌਰ ਬਾਜਵਾ, ਖੁੱਡੀ ਕਲਾਂ ਪਿੰਡ ਦੀ ਹੈ, ਕਿੰਗਸਟਨ 'ਚ ਰਹਿੰਦੀ ਹੈ। ਹੁਣ 21-22 ਸਾਲਾਂ ਦੀ ਉਮਰ ਹੈ ਇਹਦੀ। 21 ਹਾਂਜੀ ਕੈਨੇਡਾ। ਉਹ ਤਾਂ ਕੁਛ ਖਾਸ ਪਤਾ ਹੀ ਨਹੀਂ ਲੱਗਿਆ, ਹੁੰਦਾ ਇੱਦਾਂ ਸੀ ਵੀ ਐਵੇਂ ਹੋ ਗਈ, ਨੈਚੁਰਲ ਜਿੱਦਾਂ ਹੁਣ ਹੋ ਜਾਂਦਾ
ਤਾਂ ਬਾਅਦ ਚ ਚੈਟ ਪੜ੍ਹ ਕੇ ਪਤਾ ਲੱਗਿਆ ਵੀ ਉਹਨੇ ਸੁਸਾਈਡ ਕੀਤੀ ਹੈ। ਫੋਨ ਮੈਂ ਕੀਤੇ ਨੇ, ਫਿਰ ਉਹਨੇ ਬੈਕ ਕਾਲ ਕੀਤੀ ਆ, ਕਾਫੀ ਘੰਟਿਆਂ ਬਾਅਦ ਚੋਂ ਗੱਲ ਹੋਈ ਆ। ਬਸ ਉਹਨੂੰ ਮੈਂ ਪੁੱਛਿਆ ਵੀ ਅਸੀਂ ਥੋੜੀ ਚੈਟ ਪੜ੍ਹੀ ਹੈ ਤੇ ਥੋੜੀ ਲੜਾਈ ਹੋਈ ਹੈ। ਉਹਨੇ ਫਿਰ ਅੱਗੋਂ ਜਵਾਬ ਦਿੱਤਾ ਸਾਡੀ ਚੈਟ 'ਚ ਲੜਾਈ ਹੁੰਦੀ ਸੀ, ਸਾਡੀ ਫੋਨ ਤੇ ਕੋਈ ਲੜਾਈ ਨਹੀਂ ਸੀ ਹੁੰਦੀ। ਫਿਰ ਮੈਂ ਉਹਨੂੰ ਆਖਿਆ ਵੀ ਚੱਲ ਤੂੰ ਇੱਧਰ ਇਕੱਲੀ ਆ, ਮੇਰੀ ਫਰੈਂਡ ਤੇਰੇ ਕੋਲ ਆ ਜਾਂਦੀ ਆ, ਫਿਰ ਵੀ ਸਿੰਪਥੀ ਦੀ ਜ਼ਰੂਰਤ ਹੁੰਦੀ ਆ ਕੋਲੇ। ਕਹਿੰਦੀ ਨਹੀਂ, ਮੇਰੇ ਕੋਲ ਮੇਰੇ ਰਿਸ਼ਤੇਦਾਰ ਆ ਰਹੇ ਨੇ, ਸਾਨੂੰ ਅੱਗੋਂ ਤੋਂ ਪਤਾ ਲੱਗਿਆ ਉਹਦੇ ਕੋਲੇ ਕੋਈ ਨਹੀਂ ਸੀ ਜਾ ਰਿਹਾ, ਉਹਨੇ ਸਿਰਫ ਮੈਨੂੰ ਝੂਠ ਬੋਲਿਆ। ਫਿਰ ਵੀ ਮੈਂ ਕਿਹਾ ਵੀ ਤੇਰੇ ਕੋਲੇ ਮੇਰੀ ਫਰੈਂਡ ਵੀ ਆ ਜੂ, ਚੱਲ ਫਿਰ ਕੀ ਆ, 3 ਜਾਣੀਆਂ ਹੋ ਜਾਓਗੀਆਂ ਤੁਸੀਂ। ਤੇ ਉਹਨੇ ਕੋਈ ਐਡਰੈਸ ਨਹੀਂ ਭੇਜਿਆ, ਮੇਰੇ ਮੈਸੇਜ ਵੀ ਕੀਤੇ ਹੋਏ ਨੇ ਤਾਂ ਵੀ ਉਹਨੇ ਕੋਈ ਐਡਰੈਸ ਨਹੀਂ ਭੇਜਿਆ। ਰਵਈਆ ਐ ਕੋਈ ਖੁੱਲ ਕੇ ਵੀ ਨਹੀਂ ਸੀ ਗੱਲ ਕਰਦੀ ਤੇ ਕੋਈ ਐ ਮੇਰੇ ਨਾਲ ਕੋਈ ਰੂਡਲੀ ਵੀ ਨਹੀਂ ਸੀ ਗੱਲ ਕਰਦੀ। ਬਟ ਜਿੱਦਾਂ ਅਸੀਂ ਚੈਟ ਪੜ੍ਹੀ ਆ ਉਹਦੇ ਨਾਲ ਬਹੁਤ ਰੂਡਲੀ ਗੱਲ ਕੀਤੀ, ਉਹ ਬਹੁਤ ਉਹ ਮਿੰਨਤਾਂ ਕਰ ਰਿਹਾ, ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਹਾਂਜੀ, ਉਹਨੂੰ ਇਹ ਗੱਲ ਦੀ ਹੋਈ ਸੀ, ਟੈਨਸ਼ਨ ਸੀ, ਡਿਪਰੈਸ਼ਨ ਸੀ ਵੀ ਮੇਰਾ ਇੰਨਾ ਘਰ ਵੀ ਲੱਗ ਗਿਆ, ਐਡਾ ਅਸੀਂ ਕਰਜ਼ਾ ਵੀ ਚੱਕੀ ਬੈਠੇ ਆ, ਜ਼ਮੀਨ ਗਹਿਣੇ ਦਿੱਤੀ ਪਈ ਆ, ਵੀ ਉਹ ਸਾਨੂੰ ਬਾਹਰ ਨਹੀਂ ਬੁਲਾ ਰਹੀ। ਉਹਦਾ ਲਿਖਿਆ ਵੀ ਹੋਇਆ, ਮੈਂ ਘਰੇ ਕਿਵੇਂ ਦੱਸਦਾ ਵੀ ਤੂੰ ਸਾਨੂੰ ਬਾਹਰ ਨਹੀਂ ਬੁਲਾਉਣਾ ਹੈਗਾ, ਮੇਰੇ ਘਰਦਿਆਂ ਨੂੰ ਟੈਨਸ਼ਨ ਹੋ ਜੂ, ਮੇਰੀ ਮੰਮੀ ਨੂੰ ਟੈਨਸ਼ਨ ਹੋ ਜੂ। ਨਹੀਂ, ਉਹਦੇ ਚੈਟ 'ਚ ਮੰਗੇ ਹੋਏ ਨੇ ਬਟ ਉਹਨੇ ਕੁਛ ਨਹੀਂ ਭੇਜਿਆ। ਉਹਨੂੰ ਬਾਹਰ ਗਈ ਨੂੰ 3 ਸਾਲ ਹੋ ਗਏ, ਹੋ ਜਾਣਗੇ ਮੈਨੂੰ ਲੱਗਦਾ ਹੁਣ। ਮੈਰਿਜ ਹੋਈ ਸੀ ਉਹਦੀ 7 ਅਗਸਤ 2019 ਨੂੰ, 2018 ਦੇ ਵਿੱਚ 15 ਜੁਲਾਈ ਨੂੰ ਉਹਦੀ ਅੰਗੇਜਮੈਂਟ ਹੋਈ ਸੀ। ਸਾਲ ਪਿੱਛੋਂ ਆ ਕੇ ਉਹ ਵਿਆਹ ਕਰਵਾ ਕੇ ਗਈ ਆ, ਅੰਗੇਜਮੈਂਟ ਦਾ ਸਾਲ ਪਿੱਛੋਂ ਆਈ ਸੀ। 15 ਜੁਲਾਈ ਦੀ ਅੰਗੇਜਮੈਂਟ ਸੀ ਤੇ 7 ਅਗਸਤ ਨੈਕਸਟ ਈਅਰ ਦੀ 7 ਅਗਸਤ ਨੂੰ ਆ ਕੇ ਵਿਆਹ ਕਰਵਾ ਕੇ ਗਈ ਆ। ਜਿੱਦਾਂ ਕਹਿੰਦੀ ਸੀ ਮੈਂ ਮੰਮੀ ਨਾਲ ਗੱਲ ਕਰਦੀ ਆ, ਉੱਧਰ ਤਾਂ ਲੱਗਦਾ ਡੇਲੀ ਗੱਲ ਹੁੰਦੀ ਹੋਊ, ਇੱਧਰ ਲਾਡੀ ਕਹਿ ਕੇ ਕਰਵਾਉਂਦਾ ਸੀ ਮੰਮੀ ਨਾਲ ਗੱਲ ਕਰ ਲਾ, ਡੈਡੀ ਨਾਲ ਗੱਲ ਕਰ ਲਾ। ਮੈਂ ਵੀ ਮੈਸੇਜ ਕਰਦੀ ਸੀ, ਇੱਥੇ ਮੈਂ ਜਦੋਂ ਰਹਿ ਕੇ ਗਈ ਆ ਮੈਂ ਵੀ ਮੈਸੇਜ ਕਰਦੀ ਸੀ ਵੀ ਕਾਲ ਕਰ ਲਈ, ਫ੍ਰੀ ਹੋਊਗੀ ਕਾਲ ਕਰ ਲਈ। ਨਹੀਂ, ਵਿਆਹ ਦੇ ਬਾਅਦ 'ਚ ਉਹ ਬਿਲਕੁਲ ਆਈ ਨਹੀਂ ਹੈ। ਅਸੀਂ ਨੇ ਮੈਂ ਕਿਹਾ ਵੀ ਇੰਡੀਆ ਆ ਜਾ, ਬਟ ਕਹਿੰਦੀ ਇਹਦੇ ਲੋਕਡਾਊਨ ਲੱਗਿਆ ਹੋਇਆ, ਫਲਾਈਟਾਂ ਬੰਦ ਨੇ। ਫਲਾਈਟਾਂ ਹਾਲਾਂਕਿ ਬੰਦ ਹੈ ਨਹੀਂ ਸੀ। ਨਹੀਂ, ਬਿਲਕੁਲ ਵੀ ਨਹੀਂ ਕਿਹਾ ਵੀ ਜਾ ਡੈਡ ਬੋਡੀ ਨੂੰ ਰੱਖੋ, ਹਜੇ ਨਾ ਦਾ ਸੰਸਕਾਰ ਕਰੋ, ਬਿਲਕੁਲ ਵੀ ਨਹੀਂ ਕਿਹਾ। ਉਹਨੂੰ ਫਰਕ ਪੈਂਦਾ ਤਾਂ ਉਹ ਕਹਿੰਦੀ, ਉਹਨੂੰ ਕੀ ਫਰਕ ਪੈਂਦਾ। ਅਸੀਂ ਤਾਂ ਡਿਪੋਰਟ ਚਾਹੁੰਦੇ ਹਾਂ, ਡਿਪੋਰਟ ਹੋਵੇ ਤੇ ਮੇਰੇ ਡੈਡੀ ਦਾ ਜਿਹੜਾ ਕਰਜ਼ਾ ਚੜਿਆ ਹੋਇਆ ਉਹ ਉਤਾਰਿਆ ਜਾਵੇ ਉਹਨਾਂ ਦੇ ਘਰਦਿਆਂ ਵੱਲੋਂ। ਅਸੀਂ ਤਾਂ ਪਛਤਾ ਰਹੇ ਹਾਂ ਉਸ ਦਿਨ ਨੂੰ, ਜਿਸ ਦਿਨ ਅਸੀਂ ਉਹ ਕੁੜੀ ਦਾ ਰਿਸ਼ਤਾ ਲਿਆ, ਉਸ ਦਿਨ ਨੂੰ ਕੋਸ ਰਹੇ ਹਾਂ। ਸਹੀ ਕਹਿੰਦੇ, ਪਹਿਲਾਂ ਤਾਂ ਇੱਕ ਕੰਮ 'ਚ ਫਸੋ ਨਾ, ਆਪਦੇ ਲੜਕੇ ਨੂੰ ਐਸ ਕਰਾਓ, ਬਾਹਰ ਭੇਜੋ। ਜੇਕਰ ਤੁਸੀਂ ਕਰਦੇ ਵੀ ਹੋ, ਆਪਦਾ ਪੱਕਾ ਪ੍ਰਬੰਧ ਕਰੋ ਕਿ ਅੱਗੋਂ ਕੁੜੀ ਧੋਖਾ ਨਾ ਦੇ ਸਕੇ। ਲਵਪ੍ਰੀਤ ਵੀਰੇ ਉਹਨੂੰ 24ਵਾਂ ਸਾਲ ਲੱਗਿਆ ਸੀ, ਮੇਰਾ ਭਤੀਜਾ ਗਾ, ਮੈਂ ਉਹਦਾ ਚਾਚਾ ਗਾ। ਤੇ ਇਹ ਗੱਲ ਵੀਰੇ ਉਹਦੀ ਘਰ ਵਾਲੀ ਕੈਨੇਡਾ, ਉਹਨੂੰ ਪੌਣੇ 2 ਸਾਲ ਹੋ ਗਏ ਗਈ ਨੂੰ, 1 ਸਾਲ ਉਹ ਮੰਗੀ ਰਹੀ ਹੈ। ਮਤਲਬ ਕਿ ਜਦੋਂ ਤੱਕ ਉਹਦੀ ਫੀਸ ਫੂਸ ਭਰਨੀ ਸੀ ਉਦੋਂ ਤੱਕ ਤਾਂ ਵਧੀਆ ਰਹੀ, ਉਸ ਤੋਂ ਬਾਅਦ ਉਹ ਮਿਸਬਿਹੇਵ ਕਰਨ ਲੱਗ ਗਏ ਹੈ ਨਾ। ਚਲੋ ਇਹਨਾਂ ਦੀ ਆਪ 'ਚ ਅੰਡਰਸਟੈਂਡਿੰਗ ਹੋਊਗੀ ਥੋੜੀ ਬਹੁਤੀ, ਪਹਿਲਾਂ ਹੋ ਸਕਦਾ ਵੀ ਹੋ ਜਾਂਦੇ, ਮੀਆਂ ਬੀਬੀ ਦੀ ਸਭ ਕੁਝ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਵਾਲੇ ਨੂੰ ਬੁਲਾਓਗੇ ਨਹੀਂ। ਸਾਰੀ ਫੀਸ ਭਰੀ ਹੈ ਭਰਾਵਾ, ਉਹਨੇ ਸਾਨੂੰ 1 ਸਿੰਗਲ ਰੁਪਈਆ ਨਹੀਂ ਮੋੜਿਆ ਕੁੜੀ ਨੇ। ਮੈਂ ਕਿ ਤਕਰੀਬਨ 24-25 ਲੱਖ ਰੁਪਇਆ ਸੀ ਉਹਦੇ ਖਰਚਦਾ, ਸਾਡੀ ਜ਼ਮੀਨ ਵੀ ਗਹਿਣੇ ਪਈ ਹੈਗੀ। ਤੇ ਦੇਖੋ ਜਿਹੜੀ ਇਹ ਗੱਲ ਕਲੀਅਰ ਹੈ ਤਾਂ ਪੋਸਟਮਾਸਟਰ ਨੇ ਕਰਨੀ ਹੈ ਹਨਾ। ਤੇ ਖਾਦਾ ਉਹਦੇ ਕੋਈ ਜ਼ਹਿਰੀਲੀ ਚੀਜ਼ ਸਾਨੂੰ ਲੱਗਦਾ, ਕਿਉਂਕਿ ਨੀਲਾ ਹੋਇਆ ਪਿਆ ਸੀਗਾ। ਮੌਤ ਉਹਦੀ ਹੋਈ ਹੈ ਵੀਰੇ 24 ਤਰੀਕ ਦੀ ਮੌਤ ਹੋਈ ਹੈ। ਤੇ ਮਤਲਬ ਕਿ ਸਾਨੂੰ ਉੱਥੋਂ ਫੋਨ ਆਇਆ ਸੀ ਕਿਸੇ ਦਾ, ਤੁਹਾਡਾ ਮੁੰਡਾ ਉਰੇ ਮੋਟਰ ਤੇ, ਸਾਡੀ ਉੱਧਰ ਮੋਟਰ ਹੈਗੀ ਆ ਅਲੱਗ, ਸਾਡਾ ਖੇਤ ਆ, ਉਹਨੂੰ ਕੱਸੀ ਵਾਲਾ ਖੇਤ ਕਹਿੰਦੇ ਅਸੀਂ, ਉੱਥੇ ਡੈਥ ਹੋਈ ਸੀ ਉਹਦੀ। ਇਹ ਮੈਂ ਤੇ ਬਾਈ ਨਹੀਂ ਉਹਨੂੰ ਜਾ ਕੇ ਸਭ ਤੋਂ ਪਹਿਲਾਂ ਦੇਖਿਆ ਹੈਗਾ, ਕਿਉਂਕਿ ਜਿਨ੍ਹਾਂ ਨੇ ਦੇਖਿਆ ਸੀ ਉਹਨੂੰ ਸਾਨੂੰ ਫੋਨ ਕਰਿਆ, ਮਤਲਬ ਕਿ ਉਹ ਕੋਲ ਹੀ ਨਹੀਂ ਗਿਆ। ਸਭ ਤੋਂ ਪਹਿਲਾਂ ਜੋ ਟੱਚ ਹੈ ਬਾਈ ਤੇ ਮੇਰਾ ਹੀ ਉਹਨੂੰ। ਮੌਤ ਦਾ ਕਾਰਨ ਹਜੇ ਕੋਈ ਨਹੀਂ ਪਤਾ ਵੀਰੇ, ਸਾਨੂੰ ਮੌਤ ਦਾ ਕਾਰਨ ਕੋਈ ਨਹੀਂ ਸੀ ਪਤਾ। ਅਸੀਂ ਉਹਦਾ ਮਤਲਬ ਕਿ ਪੋਸਟਮਾਸਟਰ ਵੀ ਕਰਾਤਾ, ਉਹਦਾ ਦਾਹ ਸੰਸਕਾਰ ਵੀ ਕਰਤਾ ਸੀ। ਮਤਲਬ ਕਿ ਜਦੋਂ ਅਸੀਂ ਉਹਦੇ ਦੁਆਰੇ ਫੋਨ ਖੋਲੇ, ਪਾਸਵਰਡ ਦਾ ਪਤਾ ਨਹੀਂ ਸਾਨੂੰ, ਪਹਿਲਾਂ 2 ਦਿਨ ਤੁਹਾਨੂੰ ਪਾਸਵਰਡ ਨਹੀਂ ਪਤਾ ਲੱਗਿਆ। ਫਿਰ ਮੁੰਡਿਆਂ ਨੂੰ, ਯਾਰਾਂ ਦੋਸਤਾਂ ਨੂੰ ਪੁੱਛੇ, ਉਹਨਾਂ ਨੇ ਸਾਨੂੰ ਜਦੋਂ ਪਾਸਵਰਡ ਦੱਸਿਆ ਫੋਨ ਦਾ, ਫਿਰ ਸਾਨੂੰ ਉੱਥੋਂ ਖੁਲਾਸਾ ਹੋਇਆ ਵੀ ਇਹਨੇ ਇਹ ਕਾਰਨ ਕੁੜੀ ਉਹਦੀ ਵਾਈਫ ਨਾਲ ਜੋ ਕੁਛ ਹੈਗਾ ਸੀ, ਉਹ ਬੁਲਾ ਨਹੀਂ ਸੀ ਰਹੀ। ਉਹਦਾ ਫੋਨ ਆ ਦੇਖੋ 23 ਤਰੀਕ ਦੀ ਚੈਟ ਆ ਉਹਦੀ, ਉਹਨੇ ਕੋਈ ਵੀ ਫੋਨ ਉਹਦਾ ਰਿਸੀਵ ਨਹੀਂ ਕੀਤਾ ਹੋਇਆ। ਉਹ ਰਾਤ ਨੂੰ 2 ਵਜੇ ਫੋਨ ਲਾਉਣ ਲੱਗਿਆ, ਸ਼ਾਮ ਦੇ 4:45 ਵਜੇ ਤੱਕ ਉਹਨੂੰ ਫੋਨ ਲਾਈ ਗਿਆ। ਫਿਰ ਉਹਨੇ ਫੋਨ ਆਪਦੇ ਭੂਆ ਦੇ ਮੁੰਡਿਆਂ ਨੂੰ ਲਾਇਆ, ਦੋਨਾਂ ਨੂੰ, ਉਹ ਇੱਕ ਮਨੀਲਾ 'ਚ ਕਿ ਇੰਡੀਆ 'ਚ, ਉਹਨਾਂ ਨੇ ਵੀ ਉਹਨੂੰ ਫੋਨ ਲਾਇਆ ਕੁੜੀ ਨੂੰ, ਉਹਦਾ ਵੀ ਨਹੀਂ ਚੱਕਿਆ। ਉਹਦੇ ਫੁੱਫੜ ਨੇ ਉਹਨੂੰ ਫੋਨ ਲਾਇਆ, ਜਿਹੜੇ ਸਾਡੇ ਜੀਜਾ ਜੀ ਨੇ, ਵਿਚੋਲੇ ਨੇ ਉਹਦਾ ਵੀ ਉਹਨੇ ਫੋਨ ਨਹੀਂ ਚੱਕਿਆ, ਕਿਸੇ ਦਾ ਵੀ ਉਸ ਦਿਨ। ਫਿਰ ਸਾਨੂੰ ਤਾਂ ਮਤਲਬ ਕਿ ਜਦੋਂ ਅਸੀਂ ਫੋਨ ਦੀਆਂ ਚੈਟਾਂ ਕਢਾਈਆਂ ਸਾਨੂੰ ਉੱਥੋਂ ਪਤਾ ਲੱਗਿਆ। ਫਿਰ ਇਹ ਜੀ ਖੁੱਡੀ ਕਲਾਂ ਦੀ ਕੁੜੀ ਹੈ,
ਇਹਦਾ ਪੱਕਾ ਵਿਆਹ ਹੋਇਆ ਸੀ। ਤੁਹਾਡੀ ਪਹਿਲੀ ਗੱਲ ਇਹ ਮੈਂ ਚੈਨਲਾਂ ਤੇ ਕਈਆਂ ਤੇ ਬੋਲਿਆ ਨਹੀਂ, ਪਹਿਲਾਂ ਮੈਨੂੰ ਪਤਾ, ਮੈਂ ਦਿਮਾਗ 'ਚ ਮਿਸ ਹੋ ਗਈ। ਇਹ ਅਸੀਂ ਪੱਕਾ ਵਿਆਹ ਕਰਿਆ ਸੀ ਵੀ ਜਿਹਦਾ ਕੁੜੀ ਦਾ ਵੀਜ਼ਾ ਲੱਗ ਗਿਆ ਤਾਂ ਠੀਕ ਹੈ, ਨਹੀਂ ਇਹ ਸਾਡੇ ਘਰ ਦੀ ਬਹੂ ਬਣੂਗੀ। ਸਾਨੂੰ ਮਤਲਬ ਕਿ ਇਹ ਸੀਗਾ ਵੀ ਜੇ ਵੀਜ਼ਾ ਕਿਸੇ ਕਾਰਨ ਕਰਕੇ ਨਹੀਂ ਵੀ ਆਉਂਦਾ ਤਾਂ ਇਹ ਪੱਕਾ ਵਿਆਹ ਸੀਗਾ। ਇਹ ਅਸੀਂ ਕੁੜੀ ਫਿਰ ਉਰੇ ਰੱਖਣੀ, ਚਲੋ ਵੀਜ਼ਾ ਲੱਗ ਗਿਆ, ਉਹ ਕੈਨੇਡਾ ਬਣ ਗਈ। ਸ਼ਹਿਰ 'ਚ ਤਾਂ ਵੀਰੇ ਇਹ 20 ਸ਼ਾਇਦ 2020 ਦੀ ਨਵੰਬਰ 'ਚ ਇਹ ਕੁੜੀ ਇਹਨੂੰ ਇਗਨੋਰ ਕਰਨ ਲੱਗ ਗਈ ਸੀ। ਇਹਨੇ ਉੱਥੇ ਹੀ ਲਿਖਤਾ ਸੀ ਇਹਨੂੰ ਵੀ ਮੈਨੂੰ ਲੱਗਦਾ ਵੀ ਮੈਨੂੰ ਮੇਰਾ ਰਾਹ ਚੁਣਨਾ ਪਊਗਾ, ਵੀ ਮੈਨੂੰ ਮਰਨਾ ਪਊ, ਮੈਨੂੰ ਸੁਸਾਈਡ ਕਰਨਾ ਪਊ, ਵੀ ਲੋਕ ਵਾਲੇ ਤਾਂ ਮੈਨੂੰ ਕੈਨੇਡਾ ਵਾਲੇ ਕਹਿੰਦੇ ਨੇ। ਹੁਣ ਤੁਸੀਂ ਹਿਸਾਬ ਲਾ ਲਓ ਵੀਰੇ 2020 ਦੇ ਨਵੰਬਰ ਤੋਂ ਲੈ ਕੇ ਹੁਣ ਕਿੰਨਾ ਟਾਈਮ ਲੰਘ, ਕਿੰਨੇ ਮਹੀਨੇ ਲੰਘ। ਡਿਪਰੈਸ਼ਨ 'ਚ ਤਾਂ ਹੈਗਾ ਸੀ ਥੋੜਾ ਸਾਨੂੰ, ਪਰ ਸਾਨੂੰ ਫੀਲ ਨਹੀਂ ਉਹਨੇ ਖੋਣ ਦਿੱਤਾ ਵੀ ਮੈਂ ਹੈਗਾਗਾ, ਵੀ ਮੈਨੂੰ ਬੁਲਾ ਨਹੀਂ ਰਹੀ। ਘਰ ਉਹਦਾ ਵੀ ਫੋਨ ਨਹੀਂ ਸੀ ਕਰਦੀ, ਘਰੇ ਵੀ ਫੋਨ ਉਹ 2-2 ਮਹੀਨੇ ਬਾਅਦ ਕਰਦੀ ਸੀਗੀ। ਨਹੀਂ ਉਹਨੇ ਸਾਨੂੰ ਦੱਸਿਆ ਨਹੀਂ ਕੁਛ ਵੀ, ਉਹ ਦਿਲ 'ਚ ਹੀ ਲੈ ਗਿਆ ਸਾਰਾ ਕੁਛ। ਮਤਲਬ ਕਿ ਸੁਸਾਈਡ ਤੋਂ ਬਾਅਦ ਹੀ ਇਸਦਾ ਫੋਨ 'ਚ ਟਰੇਸ ਕਰਿਆ ਅਸੀਂ, WhatsApp ਚੈੱਕ ਕਰਿਆ, ਉੱਥੇ ਸਾਨੂੰ ਪਤਾ ਲੱਗਿਆ ਵੀ ਉਹਦੇ ਕਰਕੇ ਉਹ ਸੁਸਾਈਡ ਕਰ ਗਿਆ। ਵੀਰੇ ਉਹ 7 ਤਰੀਕ ਨੂੰ ਆਈ ਸੀ, 17 ਨੂੰ ਵਗ ਗਈ ਸੀ, ਟੋਟਲ 10 ਦਿਨ ਰਹੀ ਸੀ, ਉਹਦੇ ਵਿੱਚ ਹੀ ਵਿਆਹ ਹੋਇਆ ਸਾਰਾ ਕੁਛ। ਉਹਦੇ ਫੰਕਸ਼ਨ ਦੇ ਵਿੱਚ 10 ਦਿਨਾਂ ਖਾਤਰ ਆਈ ਸੀ, 1 ਸਾਲ ਬਾਅਦ ਆਈ ਸੀ। 1 ਸਾਲ ਉਹ ਮੰਗੀ ਰਹੀ ਹੈ। ਨਹੀਂ ਵੀਰੇ ਉਹ ਵਰਕ ਪਰ ਉੱਤੇ ਹੈਗੀ ਵਰਕ ਪਰਮਿਟ ਤੇ। ਹੁਣ ਉਹਨੂੰ ਹੋ ਗਏ ਵੀਰੇ 3 ਸਾਲ ਹੋਣ ਵਾਲੇ ਨੇ ਟੋਟਲ। ਨਹੀਂ ਵੀਰੇ ਇਹਨੂੰ ਸਿੰਗਲ ਡਾਕੂਮੈਂਟ ਵੀ ਨਹੀਂ ਭੇਜਿਆ, 1 ਰੁਪਈਆ ਇਹਨੂੰ ਭੇਜਿਆ ਨਹੀਂ ਹੈਗਾ। ਬਸ ਉਹਨੇ ਸਿਰਫ 2000-2500 ਦੇ ਇੱਕ ਕੱਪੜੇ ਭੇਜੇ ਹੋਏ ਆ, ਉਹ ਵੀ ਮਤਲਬ ਕਿ ਲਵਪ੍ਰੀਤ ਦੀ ਭੈਣ ਦੇ ਮੁੰਡੇ ਨੂੰ, ਛੋਟੇ ਨੂੰ, ਉਹ ਵੀ ਐਮਾਜ਼ੋਨ ਤੋਂ ਸ਼ਾਪਿੰਗ ਕਰਕੇ ਭੇਜੀ ਹੈ। ਦੇਖੋ ਜੀ ਕਸੂਰ ਤਾਂ ਉਹਨਾਂ ਦੀ ਫੈਮਿਲੀ ਦਾ ਹੀ ਹੈ। ਜਦੋਂ ਉਹਨਾਂ ਦੀ ਫੈਮਿਲੀ ਨੂੰ ਕਹਿਣਾ ਸੀ ਭਾਈ ਤੂੰ ਕੁੜੀਏ ਪੇਪਰ ਲਾ, ਉਹਨੇ ਇੱਕ ਥਾਵੇਂ ਕਿਹਾ ਕਹਿੰਦੀ ਕਿ ਮੈਨੂੰ ਮੁੰਡਾ ਪਸੰਦ ਨਹੀਂ ਸੀ। ਉਹ ਸਾਨੂੰ ਕਹਿ ਦਿੰਦੀ ਕਿ ਮੈਨੂੰ ਮੁੰਡਾ ਪਸੰਦ ਨਹੀਂ ਸੀ, ਨਿਮੇੜ ਲੈਂਦੇ ਬਹਿ ਕੇ, ਸਾਡਾ ਮੁੰਡਾ ਥੋੜੀ ਮਰਵਾਉਣਾ ਸੀਗਾ। ਉਹਨੂੰ ਲਾਰੇ ਲਾਈ ਗਿਆ, ਉਹਦਾ ਫੋਨ ਨਹੀਂ ਸੀ ਚੱਕਦੀ, ਮੈਸੇਜ ਨਹੀਂ ਸੀ ਕਰਦੀ, ਇਗਨੋਰ ਕਰੀ ਜਾਂਦੀ ਸੀ। ਡਿਪਰੈਸ਼ਨ 'ਚ ਆਇਆ ਬੰਦਾ, ਕਰ ਗਿਆ। ਮੰਗ ਇਹ ਵੀਰੇ ਸਭ ਤੋਂ ਪਹਿਲਾਂ ਤਾਂ ਵੀ ਉਹ ਕੁੜੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਜੇ ਉਹਨੂੰ ਸਜ਼ਾ ਨਾ ਮਿਲੀ ਤਾਂ ਹੋਰ ਕੁੜੀਆਂ ਬਹੁਤ ਕੁਝ ਕਰਨਗੀਆਂ, ਹਨਾ। ਸਾਡਾ ਮੁੰਡਾ ਵਗ ਗਿਆ, ਚਲੋ ਕੋਈ ਗੱਲ ਨਹੀਂ, ਪੈਸਿਆਂ ਦਾ ਅਸੀਂ ਕੇਸ ਕਰਾਂਗੇ, ਪੈਸੇ ਵੀ ਆਪਦੇ ਵਾਪਸ ਲਵਾਂਗੇ ਅਸੀਂ ਉਹਨਾਂ ਤੋਂ, ਕਿਉਂਕਿ ਅਸੀਂ ਕਿਹੜਾ ਰਿਸਪੌਂਸਰ ਬੈਠੇ ਕਿਸੇ ਨੇ ਕੁੜੀਆਂ ਨੂੰ ਅਸੀਂ ਬਾਹਰ ਭੇਜੀਏ। ਕੇਸ ਵੀ ਕਰਾਂਗੇ ਵੀਰੇ, ਡਿਪੋਰਟ ਵੀ ਕਰਾਵਾਂਗੇ, ਜੋ ਕਾਰਵਾਈ ਹੋਈ ਬਣਦੀ ਅਸੀਂ ਕਰਾਂਗੇ। ਨਹੀਂ ਵੀਰੇ ਉਹਨਾਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਹੁਣ ਉਹਨਾਂ ਦੇ ਫੋਨ ਜ਼ਰੂਰ ਆ ਰਹੇ ਨੇ, ਕੱਲ ਪਰਸੋਂ ਦੇ ਕਹਿ ਰਹੇ ਨੇ ਵੀ ਰਾਜੀ ਬੰਦਾ ਕਰ ਲਓ। ਹੁਣ ਅਸੀਂ ਪੁੱਤ ਮਰਵਾ ਕੇ ਰਾਜੀ ਬੰਦਾ ਕਾਹਦੀ ਖਤਰ ਕਰਨਾ ਉਹਨਾਂ ਨੂੰ ਵੀਰੇ। ਇਹ ਵੀਰੇ 2 ਭੈਣਾਂ 1 ਭਰਾ, ਇਹ ਛੋਟਾ ਸਾਰਾ ਤੇ ਤਾਂ ਬਹੁਤ ਮੁਸ਼ਕਲ ਨਾਲ ਲੱਗੇ। ਆਪਾਂ ਮੰਦਰਾਂ 'ਚ ਧੱਕੇ ਧੁੱਕੇ ਖਾ ਕੇ, ਮੈਂ ਕਹਿੰਦੇ ਮੱਥਾ ਟੇਕ ਕੇ ਹੋਇਆ ਸੀ। इस बीच बेअंत कौर के परिवार ने भी मीडिया के सामने अपना बयान दिया। बेअंत कौर है सर मेरी बेटी का नाम। 2018 च सागन करा के गई सी, ते उस तो बाद साल बाद आ गई, साल बाद शादी करा के चली गई। ते उस तो बाद उन्हें उस बाद लॉकडाउन लग गया सानू 4 महीने बाद। पहले कह रहे थे भी 6 महीने पुराना ब्याह दिखाना पऊगा, भी 6 महीने बाद फाइल लगूगी। उस तो बाद लॉकडाउन लग गया, लॉकडाउन करके बच्चे ने उधर काम नहीं सी मिल रहा सर। ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਹੈਗੀ। ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ, ਵੀ ਜਦ ਲੋਕਡਾਊਨ ਉਧਰ ਵੀ ਫਲਾਈਟਾਂ ਨਹੀਂ ਚੱਲ ਰਹੀਆਂ, ਬਾਕੀ ਐਮਐਸਸੀ ਬੰਦ ਨੇਗੀਆਂ, ਵੀ ਇਦਾਂ ਸਾਨੂੰ ਕੰਮ ਵੀ ਨਹੀਂ ਮਿਲ ਰਿਹਾ, ਤੇ ਵੀ ਮੈਂ ਇਹ ਬੁਲਾਵਾਂ ਕਿਹੜੇ ਤਰੀਕੇ ਨਾਲ ਉਹਨੂੰ, ਵੀ ਜਦੋਂ ਫਲਾਈਟਾਂ ਖੁੱਲ ਜਾਣਗੀਆਂ ਉਦੋਂ ਮੈਂ ਫਾਈਲ ਅਪਲਾਈ ਕਰ ਦੂੰਗੀ ਤੇ ਉਸ ਤੋਂ ਬਾਅਦ ਬੁਲਾ ਲੂੰਗੀ। ਇਹ ਕੀ ਗੱਲ ਹੋਈ ਜੇ ਇਹ ਪਰਿਵਾਰ ਦੋਸ਼ ਲਾ ਰਿਹਾ ਕਿ ਕੁੜੀ ਫੋਨ ਨਹੀਂ ਚੱਕਦੀ, ਤੰਗ ਕਰਦੀ ਸੀ? ਇਹ ਸਾਰਾ ਕੁਝ ਕਰ ਰਹੀ ਸੀ ਸਰ, ਫੋਨ ਵੀ ਚੱਕਦੀ ਸੀਗੀ ਮੇਰੀ ਬੇਟੀ। ਲਾਸਟ ਟਾਈਮ 23 ਤਰੀਕ ਨੂੰ ਗੱਲ ਹੋਈ ਹੈ ਕਿ ਬੇਟੀ ਦੀ 8 ਮਿੰਟ 58 ਸਕਿੰਟ ਬੇਟੀ ਦੀ ਮੁੰਡੇ ਨਾਲ। ਉਸ ਦਿਨ ਉਹਨੇ ਕਿਹਾ, ਕਹਿੰਦਾ ਮੈਨੂੰ ਵੀ ਕਾਗਜ਼ ਲਿਆ ਦੇ ਸੰਗਰੂਰ ਤੋਂ, ਆਹ ਕਰਕੇ ਆਪਦੇ ਕੰਮ ਤੋਂ, ਜਿੱਥੇ ਕੰਮ ਤੇ ਲੱਗੀ ਹੋਈ ਆ। ਉਹਨੇ ਮੇਰੀ ਬੇਟੀ ਨੇ ਕਿਹਾ, ਕਹਿੰਦੀ ਮੈਂ ਕੱਲ ਨੂੰ ਵੀਰਵਾਰ ਆ, ਵੀ ਕੱਲ ਨੂੰ ਮੈਂ ਸੁਨੇਹਾ ਜਲਦੀ ਉੱਠੂਗੀ, ਜਲਦੀ ਉੱਠ ਕੇ ਉੱਥੋਂ ਕੰਮ ਤੋਂ ਤੁਹਾਨੂੰ ਕਾਗਜ਼ ਲਿਆ ਦੂੰਗੀ। ਕੀ ਗੱਲ ਕੀ ਹੋਈ ਫਿਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹਦਾ ਜਿਹੜਾ ਮੁੰਡੇ ਨੇ ਕਹਿੰਦੇ ਸੁਸਾਈਡ ਕੀਤੀ ਹੈ, ਤੇ ਉਹ ਕਿਸ ਤਰ੍ਹਾਂ ਲਵਪ੍ਰੀਤ ਕਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਕਿਵੇਂ ਤੁਹਾਡੇ ਨਾਲ ਵਰਤਦਾ ਸੀ ਜਾਂ ਕੁੜੀ ਨਾਲ ਵਰਤਦਾ ਸੀ, ਤੇ ਇਹ ਲੱਗਦਾ ਕਿ ਸੁਸਾਈਡ ਕਿਉਂ ਕੀਤੀ ਹੈ? ਨਹੀਂ ਸਰ ਸੁਸਾਈਡ ਜਮੇ ਨਹੀਂ ਕੀਤੀ ਹੈਗੀ ਉਹਨੇ, ਬਿਲਕੁਲ ਵੀ ਇਦਾਂ ਦੀ ਕੋਈ ਗੱਲ ਨਹੀਂ। ਇਦਾਂ ਦੀ ਸਾਨੂੰ ਪਹਿਲਾਂ ਦੱਸਦੇ, ਉਹ ਜੇ ਸੁਸਾਈਡ ਕਰਨ ਵਾਲਾ ਹੁੰਦਾ ਉਹ ਸੁਸਾਈਡ ਬਿਲਕੁਲ ਨਹੀਂ ਕੀਤੀ ਹੈਗੀ ਉਹਨੇ। ਉਹਦੀ ਅੰਦਰੂਨੀ ਕੋਈ ਮੌਤ ਹੋਈ ਹੈਗੀ, ਕੋਈ ਇਦਾਂ ਦਾ ਕੋਈ ਕਾਰਨ ਨਹੀਂ ਹੈਗਾ। ਪਹਿਲਾਂ ਤੇਰੀ ਪਰਿਵਾਰ ਨੇ ਉਹਨਾਂ ਨਾਲ ਤੁਹਾਡੇ ਨਾਲ ਗੱਲ ਕੀਤੀ? ਬਿਲਕੁਲ ਨਹੀਂ ਸਰ ਜਮੇ। ਅਸੀਂ ਜਾ ਕੇ ਵੀ ਆਇਆ, ਮੁੰਡਾ ਹੋਏ ਤੋਂ ਵਿਚੋਲਣ ਸਾਡੇ ਨਾਲ ਸੀਗੇ, ਵਿਚੋਲੇ ਦੀ ਮਾਂ ਸੀਗੀ ਤੇ ਵਿਚੋਲਾ ਆਪ ਸੀਗਾ। ਤੇ ਉਸ ਤੋਂ ਬਾਅਦ ਅਸੀਂ ਦੋਨੇ ਜਾਣੇ ਅਸੀਂ ਗਏ ਆਂਗੇ ਗੱਡੀ 'ਚ, 4 ਜਾਣੇ ਇਕੱਠੇ ਗਏ। ਜੇ ਉਹਨਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਸੀ ਉਹਨਾਂ ਦੇ ਬੇਟੇ ਨੂੰ, ਵੀ ਸਾਨੂੰ ਉਦੋਂ ਦੱਸਦੇ, ਉਦੋਂ ਕਿਹੜਾ ਉਹਨਾਂ ਸਾਡੇ ਵਿੱਚ ਕੋਈ ਹੋਰ ਸੀਗਾ, ਚੌਥਾ ਬੰਦਾ ਹੋਰ ਹੈ ਨਹੀਂ ਸੀਗਾ। ਅਸੀਂ ਸੀਗੇ ਘਰ ਦੇ ਮੈਂਬਰ, ਉਹ ਸੀ ਉਧਰੋਂ ਅਸੀਂ ਸੀਗੇ। ਜੇ ਇਦਾਂ ਦੀ ਕੋਈ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ, ਜਿਵੇਂ ਹੁਣ ਮੀਡੀਆ ਤੇ ਕਹਿ ਰਹੇ ਨੇ ਵੀ ਸਾਨੂੰ ਪਹਿਲਾਂ ਪਤਾ ਸੀਗਾ, ਤੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ। ਇਹ ਤਾਂ ਹੁਣ ਬਸ ਕੁੜੀ ਸਿਰ ਇਲਜ਼ਾਮ ਲਾ ਰਹੇ ਨੇ। ਲਵਪ੍ਰੀਤ ਨੇ ਵੀ ਤੁਹਾਨੂੰ ਕਦੀ ਫੋਨ ਕੀਤਾ? ਨਹੀਂ ਜੀ ਸਰ ਬਿਲਕੁਲ ਨਹੀਂ ਸੀ ਕਰਦਾ, ਸਾਨੂੰ ਜਮੀ ਨਹੀਂ ਸੀ ਬਿਲਕੁਲ ਦੱਸਦਾ ਹੈਗਾ। ਉਹਦੀ ਭੈਣ ਨੇ ਵੀ ਨਹੀਂ ਕੀਤਾ ਸਰ ਜਮੀ, ਬਿਲਕੁਲ ਵੀ। ਤੁਹਾਡੀ ਕੁੜੀ ਨੇ ਦੱਸਿਆ ਤੁਹਾਨੂੰ ਕਿ ਉਹ ਤੰਗ ਕਰਦੇ ਜਾਂ ਕੋਈ ਇਸ ਤਰ੍ਹਾਂ? ਸਾਡੀ ਕੁੜੀ ਦੱਸ ਦਿੰਦੀ ਸਰ, ਕਹਿੰਦੀ ਮੈਨੂੰ ਐ ਕਹਿੰਦਾ ਵੀ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਇੱਧਰ, ਵੀ ਏਦਾਂ ਮੈਂ ਕਹਿੰਦੀ ਸੀਗੀ ਵੀ ਮੈਂ ਬੁਲਾਵਾਂ ਕਿਹੜੇ ਹਿਸਾਬ ਨਾਲ, ਤੇ ਉਹ ਕਹਿੰਦਾ ਮੇਰੇ ਦੋਸਤਾਂ ਨਾਲ ਗੱਲ ਕਰ ਲੈ, ਮੇਰੀ ਬੇਟੀ ਨਹੀਂ ਕਰਦੀ ਸੀ।
ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹੁਣ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਤੁਹਾਡੀ ਬੇਟੀ ਕਰਕੇ ਉਹ ਮੁੰਡਾ ਸੁਸਾਈਡ ਆਤਮ ਹੱਤਿਆ ਕਰ ਗਿਆ ਤੇ ਉਹਨੂੰ ਡਿਪੋਰਟ ਕੀਤਾ ਜਾਵੇ, ਕੀ ਕਿਸ ਤਰ੍ਹਾਂ ਦੇਖਦੇ ਹੋ? ਇਸ ਪਿੰਡ ਦੇ ਹੋਰ ਕੁੜੀ ਦਾ ਨਾਮ ਜ਼ਿਕਰ ਵੀ ਕੀਤਾ ਜਾਂਦਾ। ਇਹ ਤਾਂ ਸਰ ਇਹਨਾਂ ਨੂੰ ਮੀਡੀਆ ਵਾਲਿਆਂ ਨੂੰ ਚਾਹੀਦਾਗਾ, ਦੇਖ ਕੇ ਮੀਡੀਆ ਤੇ ਜਿਹੜੀਆਂ ਖਬਰਾਂ ਲਾ ਦਿੰਦੇ ਝੂਠੀਆਂ ਸੱਚੀਆਂ, ਇਹਨਾਂ ਨੂੰ ਛਾਣਬੀਣ ਕਰਕੇ ਇਦਾਂ ਦਾ ਕੰਮ ਕਰਨਾ ਚਾਹੀਦਾਗਾ। ਮੀਡੀਆ ਵਾਲਿਆਂ ਨੂੰ ਗਾਹਾਂ ਵਾਸਤੇ ਕੌਣ ਸੱਦੂਗਾ ਜੇ ਇਦਾਂ ਦੀਆਂ ਝੂਠੀਆਂ ਸੱਚੀਆਂ ਖਬਰਾਂ ਲਾਉਣ ਲੱਗੇ? ਛਾਣਬੀਣ ਕਰਕੇ ਖਬਰ ਲਾਉਣ, ਫਿਰ ਇਹਨਾਂ ਦਾ ਪਤਾ ਲੱਗਦਾਗਾ, ਅਸਲ ਸੱਚ ਮੂਹਰੇ ਸਾਹਮਣੇ ਆਉਂਦਾਗਾ। ਹਾਂਜੀ ਸਰ, ਸੋਸ਼ਲ ਮੀਡੀਆ ਤੇ ਜਿਹੜੇ ਝੂਠੀਆਂ ਖਬਰਾਂ ਪਾ ਰਹੇ ਨੇ ਨਾ, ਇਹਨਾਂ ਦੀ ਨਕੇਲ ਕਸੀ ਜਾਣੀ ਚਾਹੀਦੀ ਹੈਗੀ, ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਸਿਰ। ਤੁਹਾਡੀ ਬੇਟੀ ਦੀ ਕਿਸ ਤਰ੍ਹਾਂ ਦੇ ਹਾਲਾਤ ਨੇ? ਬਹੁਤ ਮਾੜੇ ਨੇ ਸਰ, ਉਹਨਾਂ ਨੂੰ ਬਹੁਤ ਧਮਕੀਆਂ, ਮੇਰੀ ਬੇਟੀ ਨੂੰ ਬਹੁਤ ਧਮਕੀਆਂ ਮਿਲ ਰਹੀਆਂ ਨੇ। ਕਿਸ ਤਰ੍ਹਾਂ ਦੇ ਲੋਕ ਦੇ ਰਹੇ ਨੇ? ਉੱਥੇ ਹੀ ਮੁੰਡੇ ਸਰ, ਇੱਕ ਤਾਂ ਉਹ ਜਿਹੜੇ ਇਹਨਾਂ ਦੇ ਭੂਆ ਦੇ ਮੁੰਡਾ ਗਾ, ਸਮਝ ਉਹਦੇ ਦੋਸਤ ਵੀ ਇਹਨੂੰ ਧਮਕੀਆਂ ਦੇ ਰਹੇ ਨੇ ਵੀ ਤੁਹਾਨੂੰ ਡਿਪੋਰਟ ਕੀਤਾ ਜਾਊਗਾ, ਤੁਹਾਨੂੰ ਐਂ ਕਰਿਆ ਜਾਊਗਾ। ਪਰ ਹਾਲਾਤ ਬਹੁਤ ਮਾੜੇ ਨੇ। ਅੱਜ ਮੇਰੀ ਬੇਟੀ ਦੇ ਉਹ ਇਕੱਲੀ ਰਹਿ ਰਹੀ ਆ ਉੱਥੇ, ਅਸੀਂ ਤਾਂ ਇੱਥੇ ਹੁਣ ਸਾਰਾ ਪਰਿਵਾਰ ਆਂਗੇ, ਉਹਦਾ ਜਾਣੀ ਮੰਨ ਕੇ ਚੱਲੋ ਤੁਸੀਂ ਉਧਰ ਕੋਈ ਨਹੀਂ ਹੈਗਾ। ਜਦੋਂ ਉੱਥੇ ਜਿਹੜਾ ਖਰਚਾ ਪਾਣੀ ਸੀ ਉਹ ਕੌਣ ਭਰਦਾ ਸੀ? ਉੱਥੇ ਲੜਕੀ ਨੇ ਕਦੀ ਪੈਸੇ ਤੁਹਾਨੂੰ ਭੇਜੇ? ਨਹੀਂ ਸਰ, ਬਿਲਕੁਲ ਨਹੀਂ, ਉਹਦਾ ਆਪਦਾ ਖਰਚਾ ਪਾਣੀ ਸਰ ਮਸਾ ਨਿਕਲਦਾ ਸੀਗਾ। ਇੱਕ ਮੇਰੀ ਬੇਟੀ ਨੇ ਥੋੜੀ ਸਿਰ ਦੀ ਪ੍ਰੋਬਲਮ ਸੀਗੀ, ਸਿਰ ਦੀ ਪ੍ਰੋਬਲਮ ਕਰਕੇ ਕਿਸੇ ਟਾਈਮ ਕੰਮ ਵੀ ਨਹੀਂ ਸੀ ਹੁੰਦਾ, ਰੋਟੀ ਵੀ ਨਹੀਂ ਸੀ ਖਾ ਰਹੀ ਉਹ, ਮੰਨ ਕੇ ਚੱਲੋ ਤੁਸੀਂ। ਪੈਸੇ ਕਿਹਨੂੰ ਭੇਜਦੀ ਸੀ ਉਹ? ਉੱਥੇ ਇਹਨੂੰ ਭੇਜਦੀ ਸੀ ਮੁੰਡੇ ਨੂੰ ਸਰ, ਜੇ ਵੱਧ ਸੀ ਫਿਰ ਲੜਦਾ ਸੀਗਾ, ਜੇ ਮਾੜੀ ਮੋਟੀ ਬਚਤ ਹੁੰਦੀ ਸੀਗੀ $100-150 ਕਦੇ ਪਾਤਾ, ਕਦੇ 200 ਪਾਤਾ, ਏਦਾਂ ਮੁੰਡਾ ਮੰਗਾਈ ਜਾਂਦਾ ਸੀਗਾ। ਸਾਨੂੰ ਕੋਈ ਪੈਸਾ ਨਹੀਂ ਭੇਜਿਆ ਹੈਗਾ ਸਰ। ਲੜਕੀ ਥੋੜੀ ਪੱਕੀ ਹੋ ਗਈ ਕਿ ਉੱਥੇ ਕੱਚੀ ਹੈ ਜੀ? ਨਾ, ਹਜੇ ਵਰਕ ਪਰਮਿਟ ਦਾ ਸਰ। ਤੁਸੀਂ ਕੀ ਇਨਸਾਫ ਚਾਹੁੰਦੇ ਹੋ? ਅਸੀਂ ਤਾਂ ਸਰ ਇਹ ਇਨਸਾਫ ਚਾਹੁੰਦੇ ਹੈਗੇ ਵੀ ਇਹ ਇਨਸਾਫ ਹੋਣਾ ਚਾਹੀਦਾ ਇਸ ਗੱਲ ਦਾ। ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਨਾ, ਇਹਨਾਂ ਨੂੰ ਮਾੜਾ ਜਿਹਾ ਦੇਖ ਕੇ ਵੀਡੀਓ ਵਾਇਰਲ ਕਰਨੀ ਚਾਹੀਦੀ ਹੈ। ਹਾਂਜੀ ਸਰ, ਅਸੀਂ ਤਾਂ ਇਹੀ ਗੱਲ ਕਹਿੰਦੇ ਆਂਗੇ ਵੀ ਜੇ ਉਹ ਉਹਨਾਂ ਦਾ ਪੁੱਤ ਸੀ, ਸਾਡਾ ਵੀ ਪੁੱਤ ਸੀਗਾ, ਅਸੀਂ ਧੀ ਦੇ ਕੇ ਪੁੱਤ ਲੈਤਾ ਸੀ। ਦੁੱਖ ਸਾਨੂੰ ਵੀ ਉਨਾ ਹੀ ਹੈਗਾ ਜਿੰਨਾ ਉਹਨਾਂ ਨੂੰ ਅੱਜ ਇਸ ਟਾਈਮ। ਅਸੀਂ ਵੀ ਬਹੁਤ ਦੁੱਖ ਦੀ ਘੜੀ 'ਚ ਗੁਜ਼ਰ ਰਹੇ ਹਾਂ। ਇਹ ਰੋਜ਼-ਰੋਜ਼ ਕਰਨੇ ਰਿਸ਼ਤੇ ਕਿਹੜਾ ਸੌਖੇ ਨੇ? ਜਿਵੇਂ ਸੋਸ਼ਲ ਮੀਡੀਆ ਦੇ ਖਬਰਾਂ ਆ ਰਹੀਆਂ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਕੀ ਕਹਿਣਾ ਚਾਹੁੰਦੇ? ਉਹਨੂੰ ਸਰ ਅਸੀਂ ਇਹ ਕਹਿ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ, ਸੋਸ਼ਲ ਮੀਡੀਆ ਵਾਲਿਆਂ ਨੂੰ ਇਹ ਦੇਖਣਾ ਚਾਹੀਦਾ ਕਿ ਵੀ ਦੋਨਾਂ ਧਿਰਾਂ ਦੀ ਸੁਣਨੀ ਚਾਹੀਦੀ ਆ, ਇੱਕ ਦੇ ਪੱਖ ਦੀ ਗੱਲ ਨਹੀਂ ਕਰਨੀ ਚਾਹੀਦੀ। ਦੋਨਾਂ ਧਿਰਾਂ ਦੀ ਸੁਣੋ, ਉਹਨਾਂ ਦੀ ਵੀ ਸੁਣੋ, ਸਾਡੀ ਵੀ ਸੁਣੋ, ਵੀ ਸਾਡੀ ਵੀ ਸੁਣਵਾਈ ਹੋਣੀ ਚਾਹੀਦੀ ਆ। ਇੱਕ ਧਿਰ ਦੀ ਸੁਣ ਕੇ ਸੋਸ਼ਲ ਮੀਡੀਆ ਤੇ ਪਾਉਣਾ ਵਾਇਰਲ ਹੋਣੀ ਚਾਹੀਦੀ। ਦੋਨਾਂ ਧਿਰਾਂ ਦਾ ਪੱਖ ਲੈਣਾ ਚਾਹੀਦਾ, ਦੋਨਾਂ ਧਿਰਾਂ ਦੀ ਸੁਣੋ ਬਹਿ ਕੇ, ਤਾਂ ਉਹਦੇ ਵਿੱਚ ਨਿਕਲ ਆਉਂਦਾਗਾ ਨਤੀਜਾ। ਜਦੋਂ ਡੈਥ ਹੋਈ ਸੀ ਤੁਹਾਨੂੰ ਕੀ ਦੱਸਿਆ ਗਿਆ ਸੀ? ਕੀ ਗੱਲ ਹੋਈ ਸੀ? ਸਾਨੂੰ ਸਰ ਉਦੋਂ ਦੱਸਿਆ ਗਿਆ ਸੀ ਕਿ ਅਟੈਕ ਹੋ ਗਿਆ। ਉਦੋਂ ਸਾਰੇ ਠੀਕ ਮਿਲੇ ਸਾਰੇ? ਹਾਂਜੀ, ਸਾਨੂੰ ਇਹਦੇ ਡੈਡੀ ਚਲੇ ਗਏ ਸੀਗੇ ਉੱਥੇ 4-5 ਜਣੇ ਜਾ ਕੇ, ਇਹ ਕਹਿੰਦੇ ਵੀ ਕੀ ਗੱਲ ਹੋ ਗਈ? ਕਹਿੰਦਾ ਅਟੈਕ ਹੋ ਗਿਆ। ਉਹ ਮੁੰਡੇ ਦਾ ਡੈਡੀ ਕਹਿੰਦਾ ਵੀ ਅਟੈਕ ਹੋ ਗਿਆ ਸਾਡੇ, ਮੇਰੇ ਚਾਚਾ ਜੀ ਦੇ ਮੁੰਡੇ ਨੇ ਸਮਝ ਜਾ ਕੇ ਦੇਖਿਆ ਅੰਦਰ ਮੁੰਡਾ, ਉਹਦੇ ਨੱਕ ਰਾਹੀਂ ਖੂਨ ਆਇਆ ਹੋਇਆ ਸੀਗਾ। ਮਿਲ ਮਿਲਾਪ ਠੀਕ ਸੀ? ਹਾਂਜੀ, ਬਹੁਤ ਵਧੀਆ ਸੀਗਾ ਜੀ ਸਰ, ਕੋਈ ਗੱਲ ਨਹੀਂ ਇਹੋ ਜੀ। ਫਿਰ ਸਾਨੂੰ ਉਹਨਾਂ ਨੇ ਉੱਥੋਂ ਫੋਨ ਕਰਕੇ ਪੁੱਛਿਆ ਵੀ ਕੱਪੜੇ ਤੁਸੀਂ ਲੈ ਕੇ ਆਓਗੇ? ਅਸੀਂ ਕਿਹਾ ਵੀ ਹਾਂ, ਅਸੀਂ ਸਾਡਾ ਜਮਾਈ ਸੀਗਾ, ਸਾਡਾ ਹੱਕ ਬਣਦਾਗਾ, ਅਸੀਂ ਕੱਪੜੇ ਲੈ ਕੇ ਜਾਣੇ ਨੇ। ਅਸੀਂ ਸਾਰਾ ਕੁਝ, ਸਾਰੀਆਂ ਰਸਮਾਂ ਉਹਦੇ ਕਰਕੇ ਆਏਗੇ। ਸਾਡੀ ਕੁੜੀ ਨੇ, ਬੇਟੀ ਨੇ ਸਾਡੀ ਨੇ 3 ਵਜੇ ਇਹਦੇ ਚਾਚਾ ਜੀ ਨੇ ਕਾਲ ਕੀਤੀ, ਜਦੋਂ ਇੱਧਰ 3 ਵਜੇ ਗਏ ਉਹਨੂੰ ਸੰਸਕਾਰ ਸਮਝ ਨਿਭਾਉਣ ਲੱਗੇ ਸੀਗੇ। ਉਸ ਤੋਂ ਬਾਅਦ ਸਾਡੀ ਬੇਟੀ ਨੂੰ ਦਿਖਾਇਆ ਉਹਦਾ ਮੂੰਹ, ਸਾਡੀ ਬੇਟੀ ਬਹੁਤ ਰੋ ਰਹੀ ਸੀ। ਅਸੀਂ ਉਸ ਤੋਂ ਪਹਿਲਾਂ ਕਿਸੇ ਹੋਰ ਕੁੜੀ ਨੂੰ ਫੋਨ ਕੀਤਾ ਵੀ ਤੂੰ ਉਸ ਤੋਂ ਪਹਿਲਾਂ, ਉਹਦੇ ਉੱਠਣ ਤੋਂ ਪਹਿਲਾਂ ਉੱਥੇ ਚਲੀ ਜਾ, ਵੀ ਐਂ ਕਰਕੇ ਗੱਲ ਆ ਹੋਊਗੀ ਵੀ ਉਹ ਇੱਕਦਮ ਪ੍ਰੈਸ਼ਰ ਪਾਊਗੀ ਦਿਮਾਗ ਤੇ ਉਹ ਕੁੜੀ ਨੇ ਜਾ ਕੇ ਠਾਇਆ ਵੀ ਤੈਨੂੰ ਇੰਨੀਆਂ ਕਾਲਾਂ ਆ ਰਹੀਆਂ ਨੇ ਵੀ ਤੂੰ ਫੋਨ ਚੱਕ। ਫਿਰ ਜਦ ਉਹਨੇ ਫੋਨ ਲਾਇਆ, ਉਹਨੂੰ ਸਮਝ ਉੱਥੇ ਉਹਨਾਂ ਦੇ ਘਰੇ ਸੀਗੇ ਸਹੁਰੇ ਪਰਿਵਾਰ ਦੇ, ਉੱਥੇ ਰੋ ਰਹੇ ਸੀ ਬਹੁਤ ਜ਼ਿਆਦਾ। ਜਾਣੀ ਬੇਟੀ ਨੂੰ ਪਤਾ ਲੱਗ ਗਿਆ ਜਦੋਂ ਪਤਾ ਵੀ ਏਦਾਂ ਕਰਕੇ ਉਹ ਮੰਜੇ ਤੇ ਪਿਆ ਸੀਗਾ ਮੁੰਡਾ, ਤੇ ਫਿਰ ਉਹਨੇ ਫੋਨ ਸਮਝ ਸ਼ਾਮ ਨੂੰ, ਫਿਰ ਉਸ ਤੋਂ ਬਾਅਦ ਜਦੋਂ ਉੱਥੇ ਲੈ ਗਏ ਸੰਸਕਾਰ ਘਾਟ 'ਚ, ਉੱਥੇ ਫਿਰ ਕੁੜੀ ਨੇ ਕਾਲ ਲਾਈ, 2 ਵਾਰ ਕਾਲ ਲਾਈ, ਫਿਰ ਸ਼ਾਮੀ ਫਿਰ ਕਾਲ ਲਾਈ ਹੈ। ਫਿਰ ਇਹਨਾਂ ਨੇ ਸ਼ਾਮੀ ਕਾਲ ਚੱਕੀ ਨਹੀਂ ਹੈਗੀ ਬਿਲਕੁਲ ਵੀ, 3 ਫੋਨਾਂ ਤੇ ਕਾਲ ਲਾਈ ਹੈ, 3 ਫੋਨਾਂ ਦੀ ਕਾਲ ਨਹੀਂ ਚੱਕੀ ਹੈਗੀ। ਤੇ ਹੁਣ ਜਿਵੇਂ ਇਹ ਗੱਲਾਂ ਬਣ ਰਹੀਆਂ, ਇਹ ਕਿੰਨੇ ਦਿਨਾਂ ਬਾਅਦ ਗੱਲ ਉੱਠੀ ਹੈ ਸੰਸਕਾਰ? 4 ਦਿਨਾਂ ਬਾਅਦ ਸਰ। 4 ਦਿਨ ਪਹਿਲਾਂ ਕੋਈ ਗੱਲ ਨਹੀਂ ਸਰ। ਫੁੱਲਾਂ ਵਾਲੇ ਦਿਨ, ਉਦੋਂ ਅਗਲੇ ਦਿਨ ਵੀ ਅਸੀਂ ਸਾਰੀਆਂ ਰਸਮਾਂ ਕਰਕੇ ਆਏ। ਫੁੱਲਾਂ ਵਾਲੇ ਦਿਨ ਸਾਨੂੰ ਨਜ਼ਦੀਕ ਕੇ ਫੁੱਲ ਚੁਗੇ ਨੇ ਸਾਡੇ ਗਿਆ ਤੋਂ, ਕੋਈ ਏਦਾਂ ਦਾ ਨਹੀਂ ਸੀਗਾ ਵੀ ਸਾਡੇ ਤੋਂ ਪਹਿਲਾਂ ਹੀ ਫੁੱਲ ਚੁਗ ਲਏ। ਜੇ ਉਹਨਾਂ ਦੇ ਕੋਈ ਮਨ 'ਚ ਪਾਪ ਹੁੰਦਾ ਉਹ ਫੁੱਲ ਪਹਿਲਾਂ ਵੀ ਚੁਗ ਸਕਦੇ ਸੀਗੇ, ਜੇ ਸਾਡੇ ਥਰੂ ਕੋਈ ਉਹਨਾਂ ਨੂੰ ਹੁੰਦਾ। ਕੀ ਲੱਗਦਾ ਕਿ ਕੋਈ ਉਹਨਾਂ ਨੂੰ ਇਹ ਗਲਤ ਰਾਹ ਪਾ ਰਿਹਾ? ਇਹਨੂੰ ਪ੍ਰੈਸ਼ਰ ਪਾ ਰਹੇ ਨੇ ਸਰ ਘਰ ਵਾਲਿਆਂ ਨੂੰ, ਉਹਨਾਂ ਤੇ ਹੁਣ ਬਹੁਤ ਬੁਰੀ ਤਰ੍ਹਾਂ ਉਹ ਹਾਲਾਤਾਂ ਦੇ ਵਿੱਚ ਨੇ, ਬਹੁਤ ਮਾੜੇ ਹਾਲਾਤਾਂ ਦੇ ਵਿੱਚ ਨੇ। ਲੋਕ ਪਾਸੇ ਵਾਲੀ ਪ੍ਰੈਸ਼ਰ ਪਾ ਰਹੇ ਨੇ ਮੁੰਡੇ ਵੀ ਤੁਸੀਂ ਏਦਾਂ ਬੋਲੋ ਕੁੜੀ ਦੇ ਥਰੂ। ਕੋਈ ਗੱਲ ਨਹੀਂ ਹੈਗੀ ਸੀ, ਵਿਆਹ ਵਧੀਆ ਕਰਿਆ ਜੀ। 4 ਲਾਵਾਂ ਮਹਾਰਾਜ ਦੀ ਹਜ਼ੂਰੀ 'ਚ ਦੇ ਕੇ ਤੋਰੀਆਂ ਨੇ ਤੇ
ਸਾਰਾ ਕੰਮ ਵਧੀਆ ਹੋਇਆ। 10 ਦਿਨ ਇਹਨਾਂ ਦੇ ਘਰੇ ਲਾ ਕੇ ਗਈ ਆ, ਵਿਆਹ ਕੇ ਲੈ ਕੇ ਗਏ ਨੇ ਤੇ ਉੱਥੋਂ ਹੀ ਇਹ ਚੜਾ ਕੇ ਆਏ ਜੀ, ਮੈਨੂੰ ਨਾਲ ਲੈ ਕੇ ਗਏ ਨੇ। ਤੇ ਉਦੋਂ ਬਾਅਦ ਚਲੋ ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ, ਸਾਡਾ ਜਮਾਈ ਮਰ ਗਿਆ। ਤੇ ਬਾਕੀ ਜਿਹੜੇ ਆ ਲਾਉਂਦੇ ਵੀਡੀਓ ਪਾਉਂਦੇ ਨੇ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਸਾਡੇ ਝੂਠੇ ਦੂਸ਼ਣ ਲੱਗ ਉਹ ਦੋਸ਼ ਲਾਉਂਦੇ ਕਿ ਤੁਹਾਡੀ ਬੇਟੀ ਗੱਲ ਨਹੀਂ ਕਰਦੀ ਸੀ, ਸਾਰੀਆਂ ਗੱਲਾਂ ਕਰਦੀ, ਸਭ ਕੁਝ ਕਰਦੀ, ਪੈਸੇ ਵੀ ਭੇਜਦੀ ਸੀ, ਸਾਰਾ ਕੁਝ ਕਰਦੀ ਸੀ। ਉਹ ਕਹਿੰਦੇ ਕਿ ਆਪਦੇ ਪੇਕੇ ਪਰਿਵਾਰ ਨੂੰ ਪੈਸੇ ਭੇਜੀ ਜਾਂਦੇ ਸੀ ਤੇ ਉੱਥੇ ਹੀ ਖਰਚੇ ਉਹ ਚਲਾਈ ਜਾਂਦੇ ਸੀ। ਉਹ ਕੋਠੀ ਤੁਹਾਡੇ ਸਾਹਮਣੇ ਆ ਜੀ। ਬਾਕੀ ਸਾਡੇ ਪਾਸਪੋਰਟ ਦੇਖ ਲਓ ਜੀ, ਜਿਹੜੇ ਸਾਡੇ ਲੱਗੀਆਂ ਉਹ ਸਾਨੂੰ ਵੀਜ਼ੇ ਲਾਏ ਨੇ, ਉਹ ਤੁਹਾਡੇ ਮੂਹਰੇ ਆ ਸਾਰਾ ਕੁਝ ਹੀ। ਉਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਕਿ ਲੜਕੀ ਗੱਲ ਨਹੀਂ ਕਰਦੀ ਸੀ, ਆਪਦੀ ਮਾਂ ਨਾਲ ਗੱਲਾਂ ਕਰਦੀ ਰਹਿੰਦੀ ਸੀ, ਸਾਡੇ ਨਾਲ ਗੱਲ ਨਹੀਂ ਕਰਦੀ। ਨਹੀਂ ਜੀ ਨਹੀਂ, ਤੁਹਾਨੂੰ ਕਾਗਜ਼ ਸਾਰੇ ਦਿਖਾ ਦਿੰਦੇ ਜੀ, ਗੱਲ ਕਰਦੀ ਸੀ ਕਿ ਨਹੀਂ, ਪੈਸੇ ਵੀ ਭੇਜਦੀ ਸੀ। ਠੀਕ ਆ, ਉਹਨਾਂ ਦੇ ਹੁਣ ਪੋਗਦੀ ਆ, ਝੂਠੇ ਦੂਸ਼ਣ ਲਾਉਂਦੇ ਆ, ਲਾ ਦਿੰਦੇ ਹੋ। ਸਾਰਾ ਪੈਸਾ ਕਿਹਨੇ ਖਰਚਿਆ ਸੀ? ਪੈਸਾ ਉਹਨਾਂ ਨੇ ਖਰਚਿਆ ਜੀ, ਮੁੰਡਾ ਭੇਜਣ ਦੇ ਮਾਰਿਆਂ ਨੇ। ਗੱਲ ਹੋਈ ਸੀ ਰਿਸ਼ਤੇਦਾਰੀ 'ਚ, ਰਿਸ਼ਤਾ ਹੋਇਆ ਜੀ। ਹੁਣ ਉਹ ਤੁਹਾਡੇ ਨਾਲ ਗੱਲ ਕਰਨ ਆਏ ਮੁੰਡੇ ਦੇ ਡੈਥ ਦੇ ਬਾਅਦ, ਤੁਹਾਡੇ ਨਾਲ ਮਿਲੇ ਨਹੀਂ ਮਿਲੇ ਜੀ। ਅਸੀਂ ਭੋਗ ਤੇ ਜਾ ਕੇ ਆਏ ਹਾਂ, ਪਹਿਲਾਂ ਸੰਸਕਾਰ ਕਰਿਆ, ਜੋ ਸਾਡੀ ਰਸਮ ਸੀ ਸਹੁਰਿਆਂ ਵਾਲੀ ਉਹ ਕਰਕੇ ਆਏ ਹਾਂ। ਉਦੋਂ ਬਾਅਦ ਫੁੱਲਾਂ ਦੇ ਗਏ ਜੀ, ਫੁੱਲਾਂ ਦੀ ਰਸਮ ਕਰਕੇ ਪੂਰੀ। ਉਦੋਂ ਬਾਅਦ 4 ਦਿਨ ਬੈਠਣ ਗਏ ਹਾਂ, ਫਿਰ ਬਹਿ ਕੇ ਆਏ ਹਾਂ, ਫਿਰ ਭੋਗ ਤੇ ਵੀ ਜਾ ਕੇ ਆਏ ਜੀ। ਸਾਨੂੰ ਉਹ ਵਿਚਾਰੇ ਕੋਈ ਮਾੜਾ ਸ਼ਬਦ ਨਹੀਂ ਬੋਲੇ ਘਰ ਦੇ। ਉਦੋਂ ਪਹਿਲਾਂ ਕੀ ਦੱਸਿਆ ਗਿਆ ਸੀ ਜਦੋਂ ਡੈਥ ਹੋਈ? ਕਿਵੇਂ ਮੌਤ ਹੋਈ? ਉਹਦੇ ਜਿਹਦੇ ਅਸੀਂ ਬੁਲਾਇਆ ਜੀ, ਸਾਨੂੰ ਲੈ ਗਏ ਨੇ ਉਹ। ਉਹਦੇ ਸਾਨੂੰ ਕਹਿੰਦੇ ਸੀ ਵੀ ਅਟੈਕ ਹੋ ਗਿਆ, ਵੀ ਇਹਦੇ ਅਸੀਂ ਦੇਖਿਆ ਨੱਕ 'ਚੋਂ ਆਪਣਾ ਬਲੱਡ ਵੀ ਆਇਆ ਜੀ, ਅਟੈਕ ਗਿਆ ਉਹਦੇ। ਫਿਰ ਮਗਰੋਂ ਹੁਣ ਸੁਸਾਈਡ ਕਹਿਣ ਲੱਗੇ, ਕਿਤੇ ਕੁਛ ਬੋਲਦੇ ਜੀ, ਕੁਛ ਬੋਲਦੇ, ਕੀ ਕਹਿ ਸਕਦੇ ਜੀ ਹੁਣ ਅਸੀਂ। ਜਾਂ ਤਾਂ ਉਹਨੂੰ ਵਿਚਾਰੇ ਨੂੰ ਮਾਰਨਾ ਨੂੰ ਪਤਾ, ਜਾਂ ਪਰਮਾਤਮਾ ਨੂੰ ਪਤਾ। ਤੁਹਾਡੀ ਬੇਟੀ ਦੀ ਹਾਲਾਤ ਕਿਹੋ ਜਿਹੇ ਹਨ ਉੱਥੇ? ਕਿੰਨੀ ਟੈਨਸ਼ਨ? ਬਹੁਤ ਮਾੜੀ ਹੈ ਜੀ, ਬਾਹਲੇ ਔਖੇ। ਬਾਰੀ ਬੇਇੱਜ਼ਤੀ ਕਰਤੀ ਸੀ, ਗੱਲ ਹੀ ਛੱਡ ਦਿਓ, ਮਾਰਨਾ ਦੇ ਕਦੇ ਪਿਆ। ਸਾਡੇ ਤੇ ਇੰਨਾ ਲੱਗਿਆ ਪਰ ਤੁਸੀਂ ਪੁੱਛੋ ਹੀ ਨਾ। ਕੋਈ ਕਾਹੇ ਨਹੀਂ ਛੱਡੀ, ਸਾਡੀ ਸ਼ਕੀਰ ਵਾਲੇ ਮੁੰਡਿਆਂ ਨੇ ਵੀ ਨਾ, ਇਹ ਪਿੰਡ ਵਾਲੇ ਨੇ ਵੀ। ਇਹ ਕੁੜੀ ਆਪਣੀ ਭਤੀਜੀ ਹੈ ਜੀ, ਮੈਂ ਕੁੜੀ ਦਾ ਚਾਚਾ ਨਹੀਂ ਸਕਾ। ਇਹ ਜੋ ਇਲਜ਼ਾਮ ਲਾ ਰਹੇ ਨੇ, ਇਹ ਗਲਤ ਲਾ ਰਹੇ ਨੇ ਜੀ, ਸਰੇਆਮ ਝੂਠ ਬੋਲ ਰਹੇ ਨੇ ਜੀ। ਤੇ ਇਹਨਾਂ ਨੂੰ ਮਾੜੀ ਮੋਟੀ ਸਜ਼ਾ ਮਿਲਣੀ ਚਾਹੀਦੀ ਹੈ ਜੀ। ਮੀਡੀਆ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਦੇ ਨੇ ਜੀ, ਇਹਨਾਂ ਦੇ ਨੱਥ ਕੱਸਣੀ ਚਾਹੀਦੀ ਸਰਕਾਰ ਨੂੰ, ਇਹਨਾਂ ਦੇ ਸ਼ਿਕੰਜਾ ਕੱਸਣਾ ਚਾਹੀਦਾ। ਕੀ ਗੱਲ ਕੀ ਹੋਈ? ਸਾਰੀ ਗੱਲ ਕੁਛ ਨਹੀਂ ਹੋਈ ਜੀ। ਕੁੜੀ 2018 'ਚ ਵਿਆਹ ਇੰਗੇਜਮੈਂਟ ਕਰਾ ਕੇ ਗਈ ਹੈ ਜੀ, 2019 ਜਾ ਕੇ ਵਿਆਹ ਕਰਾ ਕੇ ਗਈ ਹੈ ਜੀ। ਵਿਆਹ ਵਧੀਆ ਰੀਤੀ ਰਿਵਾਜ਼ਾਂ ਨਾਲ ਹੋਇਆ ਜੀ, ਕੋਈ ਉਹ ਨਹੀਂ ਗਾ ਜੀ। ਤੇ ਉਦੋਂ ਬਾਅਦ ਕੁੜੀ ਨੂੰ ਮੁੰਡਾ ਧਮਕੀਆਂ ਦਿੰਦਾ ਰਿਹਾ ਵੀ ਮੈਨੂੰ ਪੈਸੇ ਭੇਜ, ਮੈਨੂੰ ਪੈਸੇ ਭੇਜ ਜੀ। ਕੁੜੀ ਪੈਸੇ ਭੇਜਦੀ ਹੈ, ਚਿੱਟਾ ਸਾਡੇ ਕੋਲੇ ਨਹੀਂ, ਤੁਹਾਡੇ ਸਾਹਮਣੇ ਚਿੱਟਾ ਨਹੀਂ ਜੀ। ਤੇ ਬਾਕੀ ਕੁੜੀ ਦੀ ਭੂਆ ਦੇ ਮੁੰਡੇ ਸੀ 2, ਉਹ ਇੱਕ ਦਾ ਮੜੀਲਾ 'ਚ ਹੈ, ਇੱਕ ਇੱਥੇ ਆਸਟ੍ਰੇਲੀਆ ਤੋਂ ਆਇਆ ਵਿਆ। ਉਹ ਧਮਕੀਆਂ ਦਿੰਦੇ ਆ ਵਿੱਕੀ ਨਾਂ ਦੇ ਮੁੰਡੇ ਦੇ ਨਾਂ ਤੇ। ਇਹ ਮੁੰਡੇ ਕੁੜੀ ਦੀ ਮੁੰਡੇ ਦੀ ਭੂਆ ਦੇ ਮੁੰਡੇ ਆ ਜੀ, ਵਿਚੋਲੇ ਦੇ ਮੁੰਡੇ ਆ ਜੀ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਧਮਕੀਆਂ ਦਿੰਦੇ ਆ ਜੀ ਕੁੜੀ ਨੂੰ, ਉਹ ਜੀ ਵੀ ਸਾਨੂੰ ਪੈਸੇ ਭੇਜ। ਵਿੱਕੀ ਨਾਂ ਦੇ ਸ਼ਖਸ ਦੇ ਨਾਂ ਤੇ ਹਜੇ ਵੀ ਕੁੜੀ ਨੇ ਪੈਸੇ ਭੇਜੇ, ਸਾਡੇ ਕੋਲੇ ਹੈਗੀ ਆ ਜੀ। ਹੁਣ ਤੁਸੀਂ ਉਹਨੇ ਪਰਿਵਾਰ ਨਾਲ ਗੱਲ ਨਹੀਂ ਕੀਤੀ ਕਿ ਤੁਸੀਂ ਕਿਉਂ ਦੋਸ਼ ਲਾ ਰਹੇ ਹੋ? ਅਸੀਂ ਪਰਿਵਾਰ ਨਾਲ ਕੋਈ ਗੱਲ ਨਹੀਂ ਕੀਤੀ ਜੀ। ਅਸੀਂ ਆਪਣੇ ਫੁੱਲਾਂ ਦੇ ਵੀ ਸੰਸਕਾਰ 'ਤੇ ਵੀ ਗਏ ਹਾਂ ਜੀ, ਫੁੱਲਾਂ 'ਤੇ ਵੀ ਗਏ ਹਾਂ, ਭੋਗ 'ਤੇ ਵੀ ਗਏ ਹਾਂ, ਊਂ ਵੀ ਬੈਠ ਕੇ ਆਏ ਜੀ। ਸਾਡੇ ਨਾਲ ਪਰਿਵਾਰ ਨੇ ਕੋਈ ਗੱਲ ਨਹੀਂ ਕੀਤੀ ਜੀ ਵੀ ਇਹ ਗੱਲ ਕੀ ਹੋਈ ਆ ਜੀ। ਉਹ ਕਹਿ ਰਹੇ ਨੇ ਕਿ ਕੁੜੀ ਨੇ ਧੋਖਾ ਦਿੱਤਾ, ਕੁੜੀ ਨੇ ਬਾਹਰ ਬੁਲਾਇਆ ਨਹੀਂ, ਕੁੜੀ ਆਪ ਚਲੀ ਗਈ, ਸਾਰਾ ਪੈਸਾ ਅਸੀਂ ਖਰਚਿਆ, ਲੋਕਡਾਊਨ ਕਰਫਿਊ ਲਿਆ ਤੇ ਸਾਡੇ ਮੁੰਡੇ ਨੂੰ ਉਹਨੇ ਫੋਨ ਨਹੀਂ ਚੱਕਦੀ ਸੀ ਨਾ। ਉਹ ਇਹ ਕੋਈ ਗੱਲ ਨਹੀਂ ਹੈਗੀ ਜੀ। ਆ ਤੁਹਾਡੇ ਸਾਹਮਣੇ ਆ ਕੁੜੀ ਉਧਰ ਰਿਟਰਨਾਂ ਭਰੀ ਜਾਂਦੀ ਆ, 2019-20 ਦੀਆਂ ਰਿਟਰਨਾਂ ਸਾਰੀਆਂ ਭਰੀਆਂ ਮੈਂ ਕੁੜੀ ਨੇ ਜੀ। ਲਵਪ੍ਰੀਤ ਨਾਂ ਪਾਇਆ ਹੋਇਆ ਜੀ ਰਿਟਰਨਾਂ ਤੇ। ਉਹ ਦੱਸੋ ਕੁੜੀ ਕੀ ਕਰਦੇ? ਹੁਣ ਲੋਕਡਾਊਨ ਕਰਕੇ ਬੱਚੇ ਤੋਂ ਨਹੀਂ ਉਹ ਹੋਇਆ ਜੀ। ਤੁਸੀਂ ਕੀ ਇਨਸਾਫ ਚਾਹੁੰਦੇ ਹੋ? ਅਸੀਂ ਇਨਸਾਫ ਚਾਹੁੰਦੇ ਆ ਵੀ ਸਾਡਾ ਵੀ ਉਹਦਾ ਘਰ ਤਾਂ ਪੱਟਿਆ ਹੈਗਾ, ਹੁਣ ਸਾਡਾ ਘਰ ਨਾ ਪੱਟਣ ਜੀ। ਸਾਡੇ ਘਰ पटन के काम तुले हुए ने ਜਿਹੜੇ शरारती अंसर ने उन्होंने नखेल कसी जावे। यह पहला मामला नहीं है जब विदेश जाने की चाहत में
इस तरह का घर उजड़ गया हो। ऐसा कितने ही मामले आए दिन देखने को मिलते हैं, लेकिन फिर भी युवक कोई सबक नहीं सीख रहे। बरनाला से विनीत शर्मा की रिपोर्ट, D5 चैनल हिंदी।